ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਦੀ ਇਹ ਇੰਟਰਵਿਊ ਇੱਕ ਖਾਸ ਵਿਸ਼ੇ ਨੂੰ ਲੈ ਕੇ ਕੀਤੀ ਗਈ ਆ। ਭਾਰਤ ਸਰਕਾਰ ਵੱਲੋਂ ਆਰਮੀ ਦੇ ਵਿੱਚ ਨੌਕਰੀ ਕਰਦੇ ਇੱਕ ਫੌਜੀ ਨੂੰ ਇਹ ਗੱਲ ਆ ਕੇ ਕੱਢ ਦਿੱਤਾ ਗਿਆ ਸੀ ਕਿ ਤੇਰੀ ਜਿਹੜੀ ਅੱਖਾਂ ਦੀ ਨਿਗਾਹ ਹੈ ਉਹ ਘਟਦੀ ਜਾ ਰਹੀ ਹੈ, ਪਰ ਉਹਦੇ ਨੌਕਰੀ ਤੋਂ ਕੱਢਣ ਤੋਂ 30 ਸਾਲ ਬਾਅਦ ਤੱਕ ਉਹਦੀ ਨਿਗਾਹ ਜਿਹੜੀ ਉਹ ਪੂਰਨ ਤੌਰ 'ਤੇ ਚੱਲਦੀ ਰਹੀ। ਆਓ ਉਸ ਫੌਜੀ ਦੇ ਨਾਲ ਹੋਰ ਕਿਹੜੀਆਂ ਵਧੀਕੀਆਂ ਹੋਈਆਂ ਗੱਲ ਕਰਦੇ ਹਾਂ ਇਸ ਇੰਟਰਵਿਊ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਤੁਸੀਂ ਜਾਣਦੇ ਹੋ ਕਿ ਗੁਰਸਾਹਿਬ ਟੀਵੀ ਦੀ ਟੀਮ ਤੁਹਾਨੂੰ ਕਿਸੇ ਨਾ ਕਿਸੇ ਸ਼ਖਸੀਅਤ ਨਾਲ ਜਾਂ ਕਿਸੇ ਵੀ ਅਜਿਹੇ ਮੈਂਬਰ ਨਾਲ ਮਿਲਾਉਂਦੀ ਆ ਜਿਹੜਾ ਵਕਤ ਦਾ ਮਾਰਿਆ ਹੁੰਦਾ। ਸੋ ਅੱਜ ਅਸੀਂ ਪਹੁੰਚੇ ਹਾਂ ਪਿੰਡ ਰਾਮਗੜ੍ਹ ਨੇੜੇ ਘੁਆੜਾ, ਅਤੇ ਇੱਥੋਂ ਸਾਡੇ ਨਾਲ ਮੌਜੂਦ ਨੇ ਬਾਪੂ ਪ੍ਰੀਤਮ ਸਿੰਘ, ਜਿਨ੍ਹਾਂ ਦੇ ਨਾਲ ਭਾਰਤ ਦੇਸ਼ ਦੀ ਸਰਕਾਰ ਨੇ ਇੱਕ ਮਤਰੇਈ ਮਾਂ ਵਾਲਾ ਸਲੂਕ ਕੀਤਾ। ਪਹਿਲਾਂ ਇਹਨਾਂ ਤੋਂ ਸਾਰਾ ਨੌਕਰੀ ਕਰਵਾ ਲਈ, ਕੰਮ ਕਰਵਾ ਲਿਆ, ਅਤੇ ਉਹ ਤੋਂ ਬਾਅਦ ਇਹਨਾਂ ਨੂੰ ਇੱਦਾਂ ਸੁੱਟ ਦਿੱਤਾ ਜਿਵੇਂ ਇੱਕ ਮਤਰੇਈ ਮਾਂ ਪਹਿਲੀ ਮਾਂ ਦੇ ਬੱਚਿਆਂ ਨੂੰ ਬੁਰਾ ਵਿਵਹਾਰ ਕਰਕੇ ਘਰੋਂ ਬਾਹਰ ਕੱਢ ਦਿੰਦੀ ਹੈ। ਸੋ ਆਓ ਜਾਣਦੇ ਹਾਂ ਇਹਨਾਂ ਦੇ ਨਾਲ ਹੋਈਆਂ ਵਧੀਕੀਆਂ ਦੇ ਬਾਰੇ, ਇਹਨਾਂ ਦੇ ਜੀਵਨ ਦੇ ਬਾਰੇ, ਅਤੇ ਹੁਣ ਇਹਨਾਂ ਦਾ ਜੀਵਨ ਕਿੱਦਾਂ ਗੁਜ਼ਰ ਬਸਰ ਹੋ ਰਿਹਾ। ਮੇਰੇ ਨਾਲ ਨੇ ਬਾਪੂ ਪ੍ਰੀਤਮ ਸਿੰਘ ਜੀ, ਆਓ ਗੱਲ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਫਤਿਹ। ਬਾਪੂ ਜੀ, ਕਿੰਨਾ ਸਮਾਂ ਤੁਸੀਂ ਜਿਹੜੀ ਇਹ ਆਰਮੀ ਦੀ ਨੌਕਰੀ ਕੀਤੀ ਹੈ? ਮੈਂ ਜੀ ਆਰਮੀ ਵਿੱਚ 15/14/452 19/11/60 ਨੂੰ ਭਰਤੀ ਹੋ ਕੇ ਤੇ 16 ਅਗਸਤ 68 ਨੂੰ ਵਾਪਸੀ ਆ ਗਿਆ। ਠੀਕ ਹੈ ਜੀ। ਆਈ ਸਾਈਡ ਬਲਾਈਂਡ ਹੋ ਕੇ। ਤੇ ਜਦੋਂ ਤੁਸੀਂ ਆਰਮੀ ਜੁਆਇਨ ਕੀਤੀ ਸੀ ਤੇ ਉਦੋਂ ਜਿਹੜੀ ਤੁਹਾਡੀ ਇਹ ਅੱਖਾਂ ਦੀ ਰੌਸ਼ਨੀ ਸੀ ਕਿੱਦਾਂ ਦੀ? ਫਿੱਟ ਫਾਸਟ ਸੀ, ਬਿਲਕੁਲ ਫਿੱਟ ਸੀ ਫਿੱਟ ਸੀ। ਠੀਕ ਹੈ ਜੀ। ਫਿਰ ਮੈਂ ਕਿਉਂਕਿ 2 ਲੜਾਈਆਂ ਲੜੀਆਂ ਨੇ। ਤੇ ਜਦੋਂ ਤੁਹਾਡੀ ਉਮਰ ਜੰਗ ਗਈ ਸੀ ਉਦੋਂ ਕਦੇ ਡਾਕਟਰਾਂ ਨੇ ਤੁਹਾਨੂੰ ਇਹ ਕਿਹਾ ਸੀ ਵੀ ਤੁਹਾਡੀ ਜਿਹੜੀ ਆਉਣ ਵਾਲੇ ਦੇ ਸਮੇਂ ਦੇ ਵਿੱਚ ਤੁਹਾਡੀ ਨਿਗਾਹ ਨੂੰ ਪ੍ਰੋਬਲਮ ਆਊਗੀ, ਤੁਹਾਡੀ ਅੱਖਾਂ ਨੂੰ ਪ੍ਰੋਬਲਮ? ਇਹਨਾਂ ਕੋਈ ਡਿਸਕਸ ਨਹੀਂ ਹੋਈ ਸੀ ਕਦੇ ਉੱਦਾਂ ਪੁਰਾਣੀ ਸੱਟ ਵਗੈਰਾ ਜਾਂ ਕੁਝ ਕੋਈ ਵੀ? ਗੱਲਬਾਤ ਪੁੱਛੀ ਨਹੀਂ ਗਈ ਮੇਰੇ ਤੋਂ। ਠੀਕ ਹੈ ਜੀ। ਤੇ ਬਾਪੂ ਜੀ ਦੇ ਦੱਸਣ ਅਨੁਸਾਰ ਇਹਨਾਂ ਦੀ ਜਿਹੜੀ ਨਿਗਾਹ ਹੈ ਉਹ ਪਹਿਲਾਂ ਬਿਲਕੁਲ ਸਹੀ ਸੀ, ਦਰੁਸਤ ਸੀ। ਜਦੋਂ ਇਹਨਾਂ ਨੇ ਆਰਮੀ ਦੀ ਭਰਤੀ ਕੀ ਦੇਖੀ, ਜੁਆਇਨ ਕੀਤਾ, ਕਿੰਨੇ ਸਾਲ ਸਰਵਿਸ ਕੀਤੀ ਸੀ? ਮੈਂ 7 ਸਾਲ 7 ਮਹੀਨੇ 27 ਦਿਨ। ਉਹਦੇ ਇੰਨੀ ਉਮਰ ਦੇ ਵਿੱਚ ਤੁਹਾਨੂੰ ਕੋਈ ਇਫੈਕਟ ਪੈਂਦਾ ਸੀ? ਮੈਨੂੰ ਕੋਈ ਤਕਲੀਫ ਨਹੀਂ ਆਈ ਸੀ। ਲਾਸਟ ਵਿੱਚ ਜਾ ਕੇ ਫਿਰ ਡਾਕਟਰ ਨੂੰ ਮੈਂ ਦੱਸਿਆ ਵੀ ਆਹ ਮੈਨੂੰ। ਠੀਕ ਹੈ ਜੀ। ਤੇ ਬਾਪੂ ਜੀ, ਗੱਲ ਇੱਦਾਂ ਵੀ ਜਦੋਂ ਕੋਈ ਵੀ ਆਪਾਂ ਜੁਆਇਨ ਕਰਦੇ ਹਾਂ, ਜੁਆਇਨ ਦੇ ਸਮੇਂ ਬਹੁਤ ਸਾਰੀਆਂ ਸ਼ਰਤਾਂ ਦਿੱਤੀਆਂ ਗਈਆਂ ਸੀ। ਕੋਈ ਆਰਮੀ ਦੀ ਭਰਤੀ ਸਮੇਂ ਅਜਿਹੀ ਸ਼ਰਤ ਸੀਗੀ ਵੀ ਜੇ ਤੁਹਾਨੂੰ ਆਰਮੀ ਆਪ ਕੱਢਦੀ ਹੈ ਤਾਂ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਭੱਤਾ ਨਹੀਂ ਦਿੱਤਾ ਜਾਣਾ? ਨਹੀਂ, ਕੋਈ ਮੈਨੂੰ ਇਹਦਾ ਕੋਈ ਕਲੇਮ ਨਹੀਂ ਮੈਨੂੰ ਕੀਤਾ। ਕੋਈ ਲਿਖਤੀ ਰੂਪ ਦੇ ਕੋਈ ਵਿੱਚ? ਲਿਖਤੀ ਰੂਪ ਨਹੀਂ ਸੀ। ਠੀਕ ਹੈ ਜੀ। ਤੇ ਬਾਪੂ ਜੀ ਦਾ ਜੀਵਨ ਬੜਾ ਸੰਘਰਸ਼ ਵਾਲਾ ਰਿਹਾ। ਇਹਨਾਂ ਨੇ ਭਾਰਤ ਦੇਸ਼ ਦੇ ਲਈ ਬੜਾ ਕੁਝ ਕੀਤਾ ਹੈ। ਕਿਹੜੀ ਬਾਪੂ ਜੀ ਜੰਗ ਤੁਸੀਂ ਲੜੀ ਸੀ? ਮੈਂ ਸੰਨ 62 ਤੇ ਸੰਨ 65। ਉਹ ਜੰਗ ਦੇ ਵਿੱਚ ਤੁਹਾਡੀ ਕੋਈ ਪ੍ਰਾਪਤੀ ਸਪੈਸ਼ਲ? ਨਹੀਂ ਫਿਰ ਮੈਨੂੰ ਅਸੀਂ ਠੀਕ ਠਾਕ ਰਹੇ ਹਾਂ। ਠੀਕ ਹੈ ਜੀ। ਤੇ ਐਜ ਏ ਸਿਪਾਹੀ ਲੜੀ ਸੀ ਜਾਂ ਕੋਈ? ਠੀਕ ਹੈ ਜੀ। ਤੇ ਬਾਪੂ ਜੀ, ਗੱਲ ਜੇ ਆਪਾਂ ਕਰੀਏ ਇੰਡੀਅਨ ਆਰਮੀ ਦੀ, ਤੇ ਇਹਦੇ ਵਿੱਚ ਬਹੁਤ ਸਾਰੀਆਂ ਸ਼ਰਤਾਂ ਉਹਨਾਂ ਨੇ ਰੱਖੀਆਂ ਹੁੰਦੀਆਂ ਨੇ। ਤੇ ਜਿੱਦਾਂ ਜਾਂ ਕਿਸੇ ਵੀ ਤਰ੍ਹਾਂ ਦਾ ਉਮਰ ਦਾ ਲਿਹਾਜ਼ ਹੁੰਦਾ ਹੈ ਜਾਂ ਟਾਈਮ ਪੀਰੀਅਡ ਹੁੰਦਾ ਵੀ ਇੰਨੇ ਟਾਈਮ ਪੀਰੀਅਡ ਦੇ ਵਿੱਚ ਜੌਬ ਕਰਦੇ ਸਮੇਂ ਤੁਹਾਨੂੰ ਜੇ ਕੋਈ ਪ੍ਰੋਬਲਮ ਆਉਂਦੀ ਹੈ ਤੁਹਾਨੂੰ ਆਹ ਸਹੂਲਤਾਂ ਦਿੱਤੀਆਂ ਜਾਣੀਆਂ। ਤੁਹਾਨੂੰ ਕੋਈ ਹੁਣ ਤੱਕ ਕਿਹੜੀ ਸਹੂਲਤ ਜਿਹੜੀ ਇੰਡੀਅਨ ਆਰਮੀ ਦੇ ਰਹੀ ਹੈ? ਮੈਨੂੰ ਆਰਮੀ ਕੁਝ ਨਹੀਂ ਦੇ ਰਿਹਾ। ਠੀਕ ਹੈ ਜੀ। ਕੋਈ ਹੋਰ ਸਹੂਲਤ ਉਹ ਤੋਂ ਵੱਖਰੀ? ਕੋਈ ਕੱਖ ਨਹੀਂ ਦਿੱਤਾ ਮੈਨੂੰ। ਕੋਈ ਫਰੀडम ਫਾਈਟਰ ਦੇ ਤਰ੍ਹਾਂ? ਨਹੀਂ। ਕੋਈ ਕਾਰਡ ਵਗੈਰਾ ਜੀ? ਕਾਰਡ ਬਸ ਆ ਜਿਹੜਾ ਆਰਮੀ ਦਾ ਕਾਰਡ ਆ ਮੇਰੇ ਕੋਲ ਹੈਗਾ, ਕੰਟੀਨ ਦਾ ਕਾਰਡ ਨਹੀਂ। ਠੀਕ ਹੈ ਜੀ। ਬਾਪੂ ਜੀ ਨੂੰ ਸਿਰਫ ਇੱਕ ਸਹੂਲਤ ਕੰਟੀਨ ਦੇ ਕਾਰਡ ਦੀ, ਜਿਹਦੇ ਉੱਤੇ ਆਰਮੀ ਵਾਲਿਆਂ ਨੂੰ ਰਾਸ਼ਨ ਦੀ ਸੇਵਾ ਜਾਂ ਹੋਰ ਸੇਵਾ ਸਸਤੇ ਰੂਪ ਦੇ ਵਿੱਚ, ਫ੍ਰੀ ਨਹੀਂ, ਸਸਤੇ ਰੂਪ ਦੇ ਵਿੱਚ ਮਿਲਦੀ ਆ, ਸਿਰਫ ਉਹ ਕਾਰਡ ਇਸ਼ੂ ਕੀਤਾ ਗਿਆ। ਤੇ ਗੱਲ ਜਿਹੜੀ ਸਟਾਰਟ ਹੋਈ ਸੀ ਬਾਪੂ ਜੀ ਦੀ ਨਿਗਾਹ ਤੋਂ ਹੋਈ ਸੀ। 7 ਸਾਲ ਨੌਕਰੀ ਵੀ ਕੀਤੀ ਆ, ਨੌਕਰੀ ਕਰਦੇ ਸਮੇਂ ਕੋਈ ਪ੍ਰੋਬਲਮ ਨਹੀਂ ਆਈ। ਅਚਾਨਕ ਨਿਗਾਹ ਘਟਦੀ ਗਈ। ਬਾਪੂ ਜੀ ਨੇ ਡਾਕਟਰ ਸਾਹਿਬ ਨਾਲ ਗੱਲ ਕੀਤੀ ਤੇ ਉਹਨਾਂ ਨੇ ਇਹ ਸਲਾਹ ਦਿੱਤੀ, ਤੇ ਅੱਗੇ ਜੋ ਆਰਮੀ ਵਾਲਿਆਂ ਨੇ ਕੀਤਾ, ਕਿਉਂਕਿ ਹਰੇਕ ਇਹ ਆਪ ਨਹੀਂ ਆਏ, ਇਹਨਾਂ ਨੂੰ ਸਰਕਾਰ ਨੇ ਨਿਗਾਹ ਘੱਟ ਹੋਣ ਦੇ ਕਾਰਨ ਕਰਕੇ ਕੱਢਿਆ ਸੀ। ਜੇਕਰ ਬੰਦਾ ਆਪ ਕਿਸੇ ਵੀ ਨੌਕਰੀ ਤੋਂ ਭੱਜ ਕੇ ਆਉਂਦਾ ਤਾਂ ਇਹਦਾ ਸਿੱਧਾ ਜਿਹਾ ਹਿਸਾਬ ਹੁੰਦਾ ਕਿ ਉਹਨੂੰ ਉਹਦਾ ਪਿੱਛਾ ਜਾਂ ਉਹਦੀ ਬਣਦੀ ਪੈਨਸ਼ਨ ਜਾਂ ਉਹਦੀ ਕੋਈ ਰਕਮ ਨਹੀਂ ਦਿੱਤੀ ਜਾਂਦੀ।
ਪਰ ਬਾਪੂ ਜੀ ਨਾਲ ਇੱਕ ਮਤਰੀ ਮਾਂ ਵਾਲਾ ਸਲੂਕ ਕਰਕੇ ਬਾਪੂ ਜੀ ਤੁਸੀਂ ਉਹ ਤੋਂ ਬਾਅਦ ਇਹਨਾਂ ਦੀ ਕਚਹਿਰੀ ਦਾ ਕੋਈ ਦਰਵਾਜ਼ਾ ਖੜਕਾਇਆ ਕਦੇ? ਨਹੀਂ ਜੀ, ਮੈਨੂੰ ਕੋਈ ਜਾਣ ਦਾ ਚਾਂਸ ਹੀ ਨਹੀਂ ਮਿਲਿਆ। ਕਦੇ ਕੋਈ ਕੇਸ ਜਾਂ ਕੋਈ ਕੁਝ ਵੀ ਤੁਹਾਡੇ ਵੱਲੋਂ ਉਪਰਾਲਾ ਕਿ ਤੁਹਾਨੂੰ ਕੋਈ ਮੈਨੂੰ ਹੈਲਪ? ਕਿਤੇ ਲੈ ਕੇ ਨਹੀਂ ਗਏ। ਤੁਸੀਂ ਆਪਣੇ ਵੱਲੋਂ ਕੋਈ ਕੇਸ ਕੀਤਾ ਇਹਨਾਂ ਤੇ? ਮੈਂ ਜੀ ਇਹਨਾਂ ਤੇ ਆਰਮੀ ਨੂੰ ਇਹ ਕਿਹਾ ਵੀ ਮੈਨੂੰ ਬਈ ਤਕਲੀਫ ਹੋ ਗਈ। ਠੀਕ ਹੈ ਜੀ। ਨਹੀਂ, ਜਦੋਂ ਤੁਹਾਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ, ਬਰਖਾਸਤ ਕੀਤਾ ਗਿਆ, ਉਦੋਂ ਤੁਹਾਨੂੰ ਕੀ ਕਹਿ ਕੇ ਕੱਢਿਆ ਗਿਆ ਸੀ? ਉਹ ਕਹਿੰਦੇ ਵੀ ਤੈਨੂੰ ਅਸੀਂ ਪੈਨਸ਼ਨ ਦੇਵਾਂਗੇ, ਠੀਕ ਹੈ ਜੀ। ਪਰ 20% ਤੇ ਫਿਰ ਉਹਨਾਂ ਨੇ ਇਲਾਹਾਬਾਦ ਬੈਂਕ ਨੇ ਰਿਜੈਕਟ ਕਰਤੀ। ਵੀ ਤੁਹਾਡੀ ਜਿਹੜੀ ਨਿਗਾਹ ਸਿਰਫ 20% ਘੱਟ ਸੀ? ਉਸ ਟਾਈਮ 20% ਸੀ ਤੇ ਫਿਰ ਮੈਂ ਸੀਐਮਓ ਤੋਂ ਸਰਟੀਫਿਕੇਟ 100% ਬਲਾਈਂਡ ਹੋ ਕੇ ਕੇਸ ਲਾਤਾ ਅਰਬਨ ਟ੍ਰਿਬਿਊਨਲ 'ਚ, ਫਿਰ ਹਾਈ ਕੋਰਟ 'ਚ, ਫਿਰ ਸੁਪਰੀਮ ਕੋਰਟ 'ਚ, ਤੇ ਫਿਰ ਹੁਣ ਮੈਂ ਰਾਸ਼ਟਰਪਤੀ ਕੋਲ ਆਇਆ। ਤੇ ਉਹ ਜਿਹੜਾ ਹਾਈ ਕੋਰਟ ਤੇ ਸੁਪਰੀਮ ਕੋਰਟ ਦਾ ਫੈਸਲਾ ਕੋਈ ਆਇਆ ਉਹਨਾਂ ਦੇ ਵੱਲੋਂ? ਉਹਨਾਂ ਕੰਨਿਓ ਸੁਪਰੀਮ ਕੋਰਟ ਨੇ ਤਾਂ ਜੀ 2.5 ਲੱਖ ਰੁਪਇਆ ਰਾਹਤ ਦਿੱਤੀ ਹੈ ਸਿਰਫ। ਉਹ ਕਹਿੰਦੇ ਵੀ ਤੁਹਾਨੂੰ ਅਸੀਂ ਪੈਨਸ਼ਨ ਦਾ ਰਾਸ਼ਟਰਪਤੀ ਕੋਲ ਕੇਸ ਲਾਉਂਦੇ ਹਾਂ। ਠੀਕ ਹੈ ਜੀ। ਤੇ 2.5 ਲੱਖ ਰੁਪਏ ਦਾ ਜਿਹੜਾ ਆਪਣੇ ਕੋਲ ਪੇਪਰ ਆ, ਉਹ ਪੇਪਰ ਵੀ ਪਿਆ ਤੇ ਅਸੀਂ ਤੁਹਾਨੂੰ ਉਹ ਵੀ ਦਿਖਾਵਾਂਗੇ, ਜਿਹੜੀ ਕਿ ਰਾਹਤ ਸੁਪਰੀਮ ਕੋਰਟ ਦੇ ਵੱਲੋਂ ਦਿੱਤੀ ਗਈ ਸੀ। ਤੇ ਬਾਪੂ ਜੀ ਤੁਹਾਡੀ 7 ਸਾਲ ਦੀ ਨੌਕਰੀ ਹੋਈ? 7 ਮਹੀਨੇ 27 ਦਿਨ। ਠੀਕ ਹੈ ਜੀ। ਉਸ ਤੋਂ ਬਾਅਦ ਤੁਹਾਨੂੰ ਕੱਢਿਆ ਗਿਆ ਤੇ ਉਹ ਤੋਂ ਬਾਅਦ ਫਿਰ ਤੁਹਾਡੇ ਪਰਿਵਾਰ ਦਾ ਪਾਲਣ ਪੋਸ਼ਣ ਕਿਸ ਤਰ੍ਹਾਂ ਚੱਲਿਆ? ਪਾਲਣ ਪੋਸ਼ਣ ਜੀ ਮੈਂ ਮਾਲਕ ਪਰਮਾਤਮਾ ਆਪਣੇ ਆਪ ਕਰਦਾ ਸੀ। ਕੋਈ ਕੰਮ ਕਰ ਉਸ ਤੋਂ ਬਾਅਦ? ਕਾਰੋਬਾਰ ਕੀਤਾ ਮੈਂ ਜੀ, ਭਰਤੀ ਇੱਧਰ ਆਈਟੀ ਕਾਲਜ ਨੌਕਰੀ ਲੈ ਲਈ ਸੀ। ਠੀਕ ਹੈ ਜੀ। ਉਹ ਤੇ ਆਈਟੀ ਕਾਲਜ ਦੇ ਵਿੱਚ ਕਿੰਨਾ ਟਾਈਮ ਤੁਸੀਂ ਨੌਕਰੀ ਕੀਤੀ? ਮੈਂ ਉੱਥੇ 34 ਸਾਲ ਲਾਤੇ ਲਗਾਤਾਰ 34 ਸਾਲ। ਉਹਨੇ 34 ਸਾਲ ਦੇ ਵਿੱਚ ਤੁਹਾਡੀ ਕੋਈ ਨਿਗਾਹ ਨੂੰ ਇਫੈਕਟ ਪਿਆ? ਹੋਇਆ ਜੀ 5-6 ਸਾਲ ਫਿਰ ਲਾਸਟ ਵਿੱਚ ਹੋਇਆ। ਮਤਲਬ ਜੇ ਆਪਾਂ ਦੇਖੀਏ 34 ਦੇ ਵਿੱਚੋਂ 30 ਸਾਲ ਨੌਕਰੀ ਤੁਹਾਡੀ ਬਿਲਕੁਲ ਸਹੀ ਰਹੀ ਆ। ਹਾਂਜੀ। ਤੇ ਪਰ ਉਸ ਤੋਂ ਪਹਿਲਾਂ ਹੀ ਆਰਮੀ ਵਾਲਿਆਂ ਨੇ 30 ਸਾਲ ਪਹਿਲਾਂ ਹੀ ਆਰਮੀ ਵਾਲਿਆਂ ਨੇ ਕਹਿ ਕੇ ਕੱਢਤਾ। ਹਾਂਜੀ, ਪਹਿਲਾਂ ਹੀ ਕੱਢਤਾ। ਹਾਲਾਂਕਿ ਉਦੋਂ ਕੋਈ ਪ੍ਰੋਬਲਮ ਨਹੀਂ ਸੀ ਐਡੀ ਕੋਈ। ਇਹ ਆਪਾਂ ਦੇਖ ਸਕਦੇ ਹਾਂ ਕਿ ਇੱਕ ਤਰ੍ਹਾਂ ਦਾ ਜੇ ਆਪਾਂ ਦੇਖੀਏ ਕਿ ਸ਼ੁਰੂ ਤੋਂ ਲੈ ਕੇ ਹੁਣ ਤੱਕ ਪੰਜਾਬ ਦੇ ਪੁੱਤਾਂ ਨਾਲ ਇਹ ਧੋਖੇ ਹੁੰਦੇ ਆ ਰਹੇ ਨੇ। ਬਾਪੂ ਜੀ ਦੇ ਨਾਲ ਵੀ ਹੋਇਆ। ਇਹਨਾਂ ਦੀ ਨਿਗਾਹ ਨੌਕਰੀ ਤੋਂ ਨਿਕਲਣ ਤੋਂ ਬਾਅਦ, ਆਰਮੀ ਤੋਂ ਨਿਕਲਣ ਤੋਂ ਬਾਅਦ 30 ਸਾਲ ਬਿਲਕੁਲ ਬਾਅਦ ਦਰੁਸਤ ਇਹਨਾਂ ਨੇ ਆਈਟੀ ਕਾਲਜ ਦੇ ਵਿੱਚ ਨੌਕਰੀ ਕੀਤੀ ਹੈ। ਇਹ ਇੱਕ ਬਹੁਤ ਵੱਡਾ ਧੱਬਾ ਜਿਹੜਾ ਸਾਡੀ ਸੈਂਟਰ ਦੀ ਗਵਰਨਮੈਂਟ ਤੇ ਸੈਂਟਰ ਦੀ ਆਰਮੀ ਤੇ ਲੱਗ ਰਿਹਾ ਹੈ ਕਿ ਇੱਕ ਬੰਦਾ ਆਰਮੀ ਵਿੱਚ ਨੌਕਰੀ ਕਰਦਾ, ਉਹਨੂੰ ਇਹ ਇਸ਼ੂ ਤੇ ਕੱਢ ਦਿੱਤਾ ਜਾਂਦਾ ਕਿ ਤੇਰੀ 20% ਨਿਗਾਹ ਘਟਦੀ ਹੈ। ਹਾਲਾਂਕਿ ਉੱਥੇ ਆਪਰੇਸ਼ਨ ਕਰਨ ਦੀ ਵੀ ਜਾਂ ਉਹਨਾਂ ਦੀ ਹੋਰ ਮੈਡੀਕਲ ਸਹੂਲਤਾਂ ਹੁੰਦੀਆਂ ਨੇ ਜਿਹਦੇ ਕਰਕੇ ਬੰਦੇ ਦੀ ਪ੍ਰੋਬਲਮ ਨੂੰ ਦੂਰ ਕੀਤਾ ਜਾ ਸਕਦਾ। ਪਰ ਜੇ ਉਹ ਨੌਕਰੀ ਤੋਂ ਕੱਢਿਆ ਗਿਆ, ਫਿਰ ਉਹ ਤੋਂ ਬਾਅਦ 30 ਸਾਲ ਉਹਨਾਂ ਦੀ ਨਿਗਾਹ ਬਣੀ ਕਿਵੇਂ ਤੇ ਕੰਮ ਕੀਤਾ ਕਿਵੇਂ? ਇਹ ਬਹੁਤ ਵੱਡਾ ਸਵਾਲ ਜਿਹੜਾ ਇੰਡੀਅਨ ਆਰਮੀ ਤੇ ਇੰਡੀਅਨ ਗਵਰਨਮੈਂਟ ਦੇ ਉੱਤੇ ਜਾਂਦਾ ਹੈ। ਤੇ ਬਾਪੂ ਜੀ ਉਦੋਂ ਤੁਸੀਂ ਆਪਣੇ ਜਿਹੜੇ ਤੁਹਾਡੇ ਵੱਡੇ ਰੈਂਕ ਦੇ ਅਧਿਕਾਰੀ ਹੁੰਦੇ ਨੇ ਉਹਨਾਂ ਨਾਲ ਕੋਈ ਗੱਲ ਕੀਤੀ ਇਸ ਦੇ ਬਾਰੇ ਕਿ ਮੈਨੂੰ ਨਾ ਕੱਢਿਆ ਜਾਵੇ ਜਾਂ ਮੇਰੀ ਨੌਕਰੀ? ਮੈਂ ਤਾਂ ਜੀ ਕਿਹਾ ਸੀ ਵੀ ਮੈਂ ਸਰਵਿਸ ਕਰਨੀ ਚਾਹੁੰਦਾ। ਤੁਹਾਡੀ ਕਿੰਨੇ ਟਾਈਮ ਦੀ ਨੌਕਰੀ ਜਿਹੜੀ ਹੋਰ ਰਹਿੰਦੀ ਸੀ? ਮੇਰੀ ਜੀ 8 ਸਾਲ ਰਹਿੰਦੀ ਸੀ। 8 ਸਾਲ ਰਹਿੰਦੇ ਸੀ। 7 ਸਾਲ ਲਾਉਣ ਤੋਂ ਬਾਅਦ 8 ਸਾਲਾਂ 'ਚ ਪਈ ਸੀ। ਹਾਂਜੀ, 8 ਸਾਲ ਹੋ ਗਏ, 7 ਸਾਲ ਦੀ ਰਹਿ ਗਈ ਸੀ। ਠੀਕ ਹੈ ਜੀ। ਤੇ ਜਿਹੜੀ ਇਹ ਨੌਕਰੀ ਦਾ ਜੋ ਇਹਨਾਂ ਦਾ ਹਿਸਾਬ ਹੁੰਦਾ ਹੈ, ਭਾਵੇਂ ਕੋਈ ਵੀ ਸਰਕਾਰੀ ਨੌਕਰੀ ਆ, ਉਹਦੇ ਵਿੱਚ ਪਹਿਲਾਂ ਇਹਨਾਂ ਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ। ਖਾਸ ਕਰਕੇ ਜਿਹੜੀ ਆਰਮੀ ਹੈ, ਇਹਨਾਂ ਦੇ ਹਸਪੀਟਲ ਵੀ ਆਪਣੇ ਨੇ, ਇਹਨਾਂ ਦੇ ਸਹੂਲਤਾਂ ਵੀ ਆਪਣੀਆਂ ਨੇ, ਇਹਨਾਂ ਦਾ ਸਾਰਾ ਕੁਝ ਆਪਣਾ, ਇਹਨਾਂ ਨੂੰ ਕਿਤੋਂ ਬਾਹਰ ਜਾਣ ਦੀ ਲੋੜ ਨਹੀਂ ਪੈਂਦੀ। ਬਾਬੂ ਜੀ ਤੁਸੀਂ ਤੋਂ ਉਹਨਾਂ ਨੂੰ ਕਿਹਾ ਨਹੀਂ ਸੀਗਾ ਵੀ ਮੇਰਾ ਕਿਸੇ ਇੱਥੇ ਆਰਮੀ ਵਾਲੇ ਹਸਪੀਟਲ 'ਚ ਇਲਾਜ ਕਰਾਓ? ਮੈਂ ਜੀ ਕਿਹਾ ਸੀ ਟ੍ਰੀਟਮੈਂਟ ਬਾਰੇ, ਉਹ ਕਹਿੰਦੇ ਅਸੀਂ ਨਹੀਂ ਕਰ ਸਕਦੇ। ਕਾਰਨ ਕੀ ਦੱਸਿਆ ਕਿ ਟ੍ਰੀਟਮੈਂਟ ਕਿਉਂ ਨਹੀਂ ਕਰ ਸਕਦੇ? ਉਹ ਕਹਿੰਦੇ ਵੀ ਤੇਰੀ ਆਈ ਸਾਈਡ ਵੀਕ ਹੋ ਗਈ। ਨਹੀਂ, ਚਾਹੇ ਪ੍ਰੋਬਲਮ ਤਾਂ ਕੋਈ ਵੀ ਆ, ਮੈਡੀਕਲ ਦੇ ਕੋਲ ਹਰ ਤਰ੍ਹਾਂ ਦੀ ਸਹੂਲਤ ਆ। ਉਹਨਾਂ ਨੇ ਟ੍ਰੀਟਮੈਂਟ ਮੈਂ ਕਰਿਆ ਹੀ ਨਹੀਂ ਜੀ। ਬਿਲਕੁਲ ਵੀ ਨਹੀਂ ਹੱਥ ਲਾਇਆ? ਨਹੀਂ, ਕੋਈ ਐਨਕ ਦਾ ਜਾਂ ਕੋਈ ਬਿਲਕੁਲ ਨਹੀਂ, ਕੱਖ ਨਹੀਂ ਕੀਤਾ। ਕੋਈ ਤੁਹਾਨੂੰ ਅਹੁਦਾ ਚੇਂਜ ਕਰਕੇ ਇਹਨੂੰ ਕੋਈ ਕੈਟਾਗਰੀ ਨਹੀਂ ਡਾਊਨ ਕੀਤੀ, ਕੁਛ ਨਹੀਂ। ਤੁਸੀਂ ਕਦੇ ਪੁੱਛਿਆ ਨਹੀਂ ਕਿ ਮੈਨੂੰ ਚਲੋ ਸਿਪਾਹੀ ਦੇ ਰੈਂਕ ਤੋਂ ਕੱਢ ਕੇ ਕਿਤੇ ਹੋਰ ਰੈਂਕ ਤੇ ਲਾ ਦਿਓ? ਮੈਂ ਤਾਂ ਜੀ ਉਹਨਾਂ ਨੂੰ ਕਿਹਾ ਸੀ, ਉਹ ਕਹਿੰਦੇ ਜੀ ਨਹੀਂ ਅਸੀਂ ਰੱਖ ਨਹੀਂ ਸਕਦੇ। ਇੱਕ ਬਹੁਤ ਇਹ ਮੰਦਭਾਗੀ ਸਾਡੇ ਲਈ ਗੱਲ ਆ ਕਿ ਸਾਡੇ ਅਜਿਹੇ ਸਿਪਾਹੀ ਜਿਨ੍ਹਾਂ ਨੇ ਭਾਰਤ ਦੇਸ਼ ਲਈ 2-2 ਜੰਗਾਂ ਲੜੀਆਂ ਹੋਣ, ਆਪਣੀ ਜਾਨ ਦਾਅ 'ਤੇ ਲਾ ਕੇ ਭਾਰਤ ਦੀ ਰਾਖੀ ਕੀਤੀ ਹੋਵੇ, ਅੱਜ ਜਿਹੜਾ ਉਹ ਸਿਪਾਹੀ ਆ ਉਹ ਆਪਣੀ ਬਣਦੀ, ਇਹ ਨਹੀਂ ਕਿ ਇਹ ਕੋਈ ਫ੍ਰੀ ਦੀ ਆ, ਉਹਨੇ ਆਪਣੀ ਨੌਕਰੀ ਕੀਤੀ ਆ, ਨੌਕਰੀ ਦੀ ਜਿਹੜਾ ਉਹਦਾ ਭੱਤਾ ਬਣਦਾ
ਉਹ ਲੈਣ ਲਈ ਉਹਨੂੰ ਅੱਜ ਦਰ-ਦਰ ਦੀਆਂ ਠੋਕਰਾਂ ਖਾਣੀਆਂ ਪੈ ਰਹੀਆਂ ਨੇ। ਗੁਜ਼ਰ ਬਸਰ ਜੀਵਨ ਦਾ ਉਹ ਮਹਾਰਾਜ ਦੇ ਆਸਰੇ ਇਹਨਾਂ ਨੇ ਕੱਢਿਆ। ਤੇ ਬਾਪੂ ਜੀ ਆਪਣੇ ਪਰਿਵਾਰ ਦੀ ਹਾਲਤ ਕੀ ਸੀ ਉਦੋਂ ਜਦੋਂ ਤੁਸੀਂ ਨੌਕਰੀ ਛੱਡ ਕੇ ਆਏ ਸੀ? ਪਰਿਵਾਰ ਮੇਰਾ ਜੀ ਇਹ ਬੱਚਿਆਂ ਨੂੰ ਮੈਂ ਆਪ ਮਤਲਬ ਦੇਖਭਾਲ ਕਰਦਾ ਸੀ, ਬੱਚੇ ਪੜ੍ਹਦੇ ਸੀ। ਤੇ ਮੁਸ਼ਕਲ ਨਹੀਂ ਹੋਈ ਜਦੋਂ ਇੱਕਦਮ ਉਹਨਾਂ ਨੇ ਕੱਢਿਆ ਤੇ ਤੁਹਾਡੇ ਕੋਲ ਕੋਈ ਮਤਲਬ ਸਾਧਨ ਨਹੀਂ ਸੀ ਕੰਮ ਕਰਨ ਦਾ? ਉਹ ਬੱਚੇ ਮੇਰੇ ਨਾਲ ਦੁੱਧ ਦਾ ਕੰਮ ਕਰਦਾ ਸੀ, ਮੈਂ ਇਹ ਨਾਲ ਮੇਰੇ ਨਾਲ ਕੰਮ ਕਰਦੇ ਰਹੇ ਨੇ। ਠੀਕ ਆ ਜੀ, ਮਤਲਬ ਥੋੜਾ ਥੋੜਾ ਕਰਕੇ ਆਪਣਾ ਹੌਲੀ ਹੌਲੀ ਕਰਕੇ ਸਟੈਂਡ ਹੋਏ। ਠੀਕ ਹੈ ਬਾਪੂ ਜੀ ਦੀ ਹੁਣ ਤੁਸੀਂ ਦੇਖ ਸਕਦੇ ਹੋ ਕਿ ਬਾਪੂ ਜੀ ਨੂੰ ਜੇ ਆਪਾਂ ਇਹਨਾਂ ਨੂੰ ਕੁਝ ਵੀ ਦਿਖਾਈਏ 100% ਇਹਨਾਂ ਦੀ ਨਿਗਾਹ ਬਿਲਕੁਲ ਜਿਹੜੀ ਜਾ ਚੁੱਕੀ ਆ, ਪਰ ਫਿਰ ਵੀ ਇਹਨਾਂ ਨੇ ਆਪਣੀ ਹਿੰਮਤ ਨਹੀਂ ਹਾਰੀ, ਕਿਉਂਕਿ ਕਿਸੇ ਨੇ ਆਖਿਆ ਹਿੰਮਤ ਮਰਦਾ ਮਦਦ ਖੁਦਾ। ਜਿਹੜਾ ਬੰਦਾ ਆਪ ਹਿੰਮਤ ਕਰਦਾ ਤੇ ਉਹਦੀ ਖੁਦਾ ਵੀ ਮਦਦ ਕਰਦਾ। ਪਰ ਇੱਥੇ ਸੋਚਣ ਵਾਲੀ ਗੱਲ ਇਹ ਪੈਂਦੀ ਆ, ਬੰਦਾ ਤੇ ਮਦਦ ਆਪਣੀ ਆਪ ਕਰ ਸਕਦਾ, ਪਰ ਜਿਨ੍ਹਾਂ ਦੇ ਲਈ ਜਾਨ ਦਾ ਤੇ ਲਾਈ ਹੋਵੇ ਉਹ ਉਸ ਬੰਦੇ ਦੀ ਮਦਦ ਨਹੀਂ ਕਰ ਰਹੇ। ਤੇ ਇਹਨਾਂ ਦੀਆਂ ਸਾਰੀਆਂ ਕੋਰਟ ਦੀਆਂ ਫਾਈਲਾਂ ਵੀ ਸਾਡੇ ਕੋਲ ਪਈਆਂ ਨੇ, ਇਹਨਾਂ ਦੇ ਜਿਹੜੇ ਆਈ ਕਾਰਡ ਵਗੈਰਾ ਨੇ, ਇਹਨਾਂ ਦੀ ਡਿਸਚਾਰਜ ਬੁੱਕ ਹੈ, ਸਭ ਕੁਝ ਸਾਡੇ ਕੋਲ ਹੈਗਾ। ਤੇ ਉਹਨਾਂ ਨੇ ਹੁਣ ਕੀ ਰੀਜ਼ਨ ਦੱਸਿਆ ਵੀ ਤੁਹਾਨੂੰ ਪੈਨਸ਼ਨ ਕਿਉਂ ਨਹੀਂ ਲੱਗ ਰਹੀ? ਕੋਈ ਰੀਜ਼ਨ ਦੱਸਿਆ ਹੋਵੇ? ਰੀਜ਼ਨ ਮੈਨੂੰ ਉਹਨਾਂ ਨੇ ਕੋਈ ਨਹੀਂ ਦੱਸਿਆ ਜੀ। ਪੈਨਸ਼ਨ ਉਹ ਕਹਿੰਦੇ ਵੀ ਸਾਡੇ ਕੋਲ ਹੈ ਹੀ ਨਹੀਂ ਗਾ। ਉਹ ਕਹਿੰਦੇ ਜੀ ਸਾਡੇ ਕੋਲ ਵੀ ਰਿਕਾਰਡ ਹੈ ਨਹੀਂ, ਸਾਡੇ ਕੋਲ ਮੌਜੂਦਾ ਰਿਕਾਰਡ ਪਿਆ। ਤੁਹਾਡੇ ਕੋਲ ਸਾਰਾ ਰਿਕਾਰਡ ਹੈਗਾ? ਮੇਰੇ ਕੋਲ ਮੈਂ ਸੰਨ 63 ਦੀ ਐਜੂਕੇਸ਼ਨ 3rd ਇੰਗਲਿਸ਼ ਕੀਤੀ ਦਾ ਉਹਨਾਂ ਦੇ ਸਰਟੀਫਿਕੇਟ ਵਿੱਚ ਵੀ ਸਾਡੇ ਕੋਲ ਰਿਕਾਰਡ ਹੈ ਨਹੀਂਗਾ ਜੀ, ਤੇ ਸਾਡੇ ਕੋਲ ਤਾਂ ਉਹ ਫਿਰ ਮਿਲ ਗਿਆ ਜੀ ਉਹਨਾਂ ਨੂੰ। ਠੀਕ ਹੈ ਜੀ, ਮਤਲਬ ਆਰਮੀ ਵੱਲੋਂ ਇਹ ਗੱਲ ਕਹੀ ਜਾਂਦੀ ਆ ਕਿ ਸਾਡੇ ਕੋਲ ਤਾਂ ਰਿਕਾਰਡ ਹੀ ਹੈ ਨਹੀਂ। 7 ਸਾਲ ਬੰਦੇ ਨੇ ਨੌਕਰੀ ਕੀਤੀ ਆ। ਦੇਖੋ ਜੀ ਜਿਹੜਾ ਰਿਕਾਰਡ ਆ ਹੁਣ ਆ ਕੰਟੀਨ ਦੇ ਕਾਰਡ ਨੇ ਆ, ਠੀਕ ਹੈ ਜੀ, ਜਾਂ ਡਿਸਚਾਰਜ ਬੁੱਕ ਆ, ਇਹ ਰਿਕਾਰਡ ਕਿੱਥੋਂ ਆ ਗਿਆ ਜੀ? ਠੀਕ ਹੈ ਜੀ, ਫਿਰ ਆਪਣੇ ਆਈ ਕਾਰਡ ਦਾ ਰਿਕਾਰਡ ਆ ਜਿਹੜਾ ਇਹ ਆਪਣੇ ਇਹ ਕਿੱਦਾਂ ਚੜ੍ਹ ਗਿਆ ਜੀ? ਬਾਕੀ ਜਿਹੜਾ ਰੈਂਕ ਨੰਬਰ ਆ ਜਿਹੜਾ ਉਹ ਕਿੱਦਾਂ ਆ ਗਿਆ ਜੀ? ਠੀਕ ਹੈ ਜੀ, ਇਹ ਆਪਦੇ ਕੋਲੋਂ ਬਣਾਈ ਜਾਂਦੇ ਨੇ। ਸਾਡਾ ਰਿਕਾਰਡ ਅਸੀਂ 25 ਸਾਲ ਬਾਅਦ ਸਾੜ ਦਿੰਦੇ ਹਾਂ ਜੀ। ਨਾ ਜੀ ਸੰਨ 63 ਦਾ ਸਰਟੀਫਿਕੇਟ ਮੈਨੂੰ ਮਿਲਿਆ ਫਿਰ ਐਜੂਕੇਸ਼ਨ ਦਾ। ਟੋਟਲ ਪ੍ਰੂਫ ਜਿਹੜੇ ਤੁਸੀਂ ਕਹਿੰਦੇ ਤੁਹਾਡੇ ਕੋਲ ਹੈਗੇ ਆ ਆਰਮੀ ਦੇ, ਤੇ ਉਹਦੇ ਬਾਵਜੂਦ ਵੀ ਇਹ ਕਹਿ ਰਹੇ ਨੇ ਵੀ ਮਤਲਬ ਸਾਡੇ ਕੋਲ ਰਿਕਾਰਡ ਹੈ ਨਹੀਂਗਾ ਜੀ। ਬਸ ਇਹੀ ਇਹਨਾਂ ਦਾ ਕਹਿਣਾ। ਕਾਊਲੇਸ਼ਨ ਕਰਦੇ ਸੀ। ਤੁਸੀਂ ਉਹ ਜਿਹੜੇ ਅਧਿਕਾਰੀ ਨੇ ਤੁਹਾਨੂੰ ਇਹ ਗੱਲ ਕਹੀ ਸੀ ਕਿ ਸਾਡੇ ਕੋਲ ਕੋਈ ਰਿਕਾਰਡ ਨਹੀਂ ਹੈਗਾ ਜਾਂ ਕੁਝ ਹੈਗਾ, ਉਹਨਾਂ ਦਾ ਤੁਹਾਨੂੰ ਕੋਈ ਹੈ ਜਾਣਕਾਰੀ? ਕੌਣ ਨੇ ਉਹ? ਨਹੀਂ, ਉਹ ਤਾਂ ਇਹਨਾਂ ਦੀ ਪੂਨੇ ਤੋਂ ਜਿੱਦਾਂ ਇਹਨਾਂ ਦਾ ਰੈਂਕ ਹੈਗਾ ਆਪਣਾ ਵੱਡੀ ਯੂਨਿਟ ਵਗੈਰਾ, ਉੱਥੋਂ ਲੈਟਰ ਆਉਂਦੇ ਰਹੇ ਨੇ। ਮੇਰਾ ਖਿਆਲ ਇਲਾਹਾਬਾਦ ਤੋਂ ਵੀ ਆਉਂਦੇ ਰਹੇ ਨੇ ਜੀ ਇਹਨਾਂ ਨੂੰ। ਤੇ ਉਹ ਕਹਿੰਦੇ ਵੀ ਸਾਡੇ ਕੋਲ ਇਹਨਾਂ ਦਾ ਰਿਕਾਰਡ ਵੀ ਅਸੀਂ 25 ਸਾਲ ਬਾਅਦ ਸਾੜ ਦਿੰਦੇ ਆ। ਤੇ ਇਹਨਾਂ ਨੇ ਉਦੋਂ ਉਪਰਾਲਾ ਨਹੀਂ ਕੀਤਾ ਹੈਗਾ, ਉਦੋਂ ਕੋਈ ਇੱਦਾਂ ਹੁੰਦਾ ਨਹੀਂ ਸੀਗਾ ਵੀ ਕੋਈ ਇਹਨਾਂ ਨੇ ਕਿਸੇ ਨੂੰ ਦੱਸਿਆ ਨਹੀਂ ਹੈਗਾ ਵੀ ਇਹ ਕੇਸ ਕਰਕੇ ਤੁਸੀਂ ਪੈਸੇ ਲੈ ਸਕਦੇ ਹੋ। ਠੀਕ ਹੈ ਜੀ, ਕਿਸੇ ਨੇ ਕੋਈ ਉਪਰਾਲਾ ਨਹੀਂ ਕਰਿਆ ਹੈਗਾ। ਤੇ ਹੁਣ ਸਾਨੂੰ ਕੁਝ ਵੀਰਾਂ ਨੇ ਸਾਡੀ ਮਦਦ ਕੀਤੀ ਆ ਵੀ ਚਲੋ ਤੁਹਾਡਾ ਕੁਝ ਦਬਾਉਂਦੇ ਆ ਜਿਹੜਾ ਬਣਦਾ ਵਾ। ਕੋਈ ਫੌਜੀ ਵੀਰਾਂ ਨੇ ਇਕੱਠੇ ਹੋ ਕੇ ਗੱਲ ਕੀਤੀ ਆ ਵੀ ਤੁਹਾਡਾ ਜਿਹੜਾ ਕੇਸ ਆ ਇਹਨੂੰ ਕਿਸੇ ਦੇ ਹੈਂਡਲ ਕਰਦੇ ਆ। ਮਤਲਬ ਕੁਛ ਹੁਣ ਬਣ ਨਹੀਂ ਰਿਹਾ ਹੈਗਾ, ਪਹਿਲਾਂ ਤਾਂ ਕੁਛ ਨਹੀਂ ਬਣਿਆ ਜੀ। ਤੁਹਾਨੂੰ ਕੋਈ ਕਿਸੇ ਤਰ੍ਹਾਂ ਦਾ ਉਹਨਾਂ ਨੇ ਕੋਈ ਹੋਰ ਮਤਲਬ ਕੋਈ ਲਾਲਚ ਦੇ ਕੇ ਦਬਾਉਣ ਦੀ ਕੋਸ਼ਿਸ਼ ਨਾ ਜੀ ਕੀਤੀ? ਮੈਨੂੰ ਨਹੀਂ, ਇੱਦਾਂ ਦਾ ਕੁਛ ਨਹੀਂ। ਠੀਕ ਹੈ ਜੀ, ਮਤਲਬ ਉਹਨਾਂ ਨੇ ਸਿਰਫ ਸਕੋਰ ਹੀ ਨਾ ਕਰ ਦਿੱਤੀ ਆ ਕਿ ਇਹ ਬੰਦੇ ਦਾ ਸਾਡੇ ਕੋਲ ਰਿਕਾਰਡ ਹੀ ਹੈ ਨਹੀਂ, ਜਦੋਂ ਕਿ ਇਹਨਾਂ ਨੇ ਲੰਬਾ ਸਮਾਂ ਆਰਮੀ ਦੇ ਵਿੱਚ ਨੌਕਰੀ ਕਰਕੇ ਜੰਗਾਂ ਵੀ ਲੜੀਆਂ। ਜੰਗ ਦਾ ਵੀ ਰਿਕਾਰਡ ਸਪੈਸ਼ਲ ਹੁੰਦਾ, ਉਹਨਾਂ ਦੇ ਨਾਮ ਸਪੈਸ਼ਲ ਹੁੰਦੇ ਨੇ ਸਿਪਾਹੀਆਂ ਦੇ, ਕਿਹਨਾਂ ਨੇ ਭਾਗ ਲਿਆ, ਕਿਹਦੀ ਕਿੱਥੇ ਕੀ ਡਿਊਟੀ ਲੱਗੀ ਹੋਈ ਆ। ਤੇ ਉਹਦੇ ਬਾਵਜੂਦ ਵੀ ਤੁਹਾਨੂੰ ਹਰ ਤਰ੍ਹਾਂ ਦਾ ਕੋਰਾ ਨਾ ਕਿ ਹੁਣ ਤੁਸੀਂ ਜਿਹੜੀ ਇਹ ਸਰਕਾਰ ਤੋਂ ਜਾਂ ਆਰਮੀ ਤੋਂ ਕੀ ਮੰਗ ਕਰਦੇ ਹੋ? ਅਸੀਂ ਕਹਿੰਦੇ ਵੀ ਮੈਨੂੰ ਪੈਨਸ਼ਨ ਮਿਲਣੀ ਚਾਹੀਦੀ ਹੈ। ਮੈਂ ਨਕਾਰਾ ਬੈਠਾ, ਮੇਰੇ ਬੱਚਿਆਂ ਦਾ ਜੀਵਨ ਨਹੀਂ ਬਣਦਾ। ਕੁਛ ਡਾਕਟਰਾਂ ਦਾ ਤਾਂ ਇਹ ਕਹਿਣਾ ਵੀ ਹੈ ਵੀ ਮਤਲਬ ਜਿਹੜੀ ਜੰਗ ਲੜੀ ਹੈ, ਜਿਹੜਾ ਉਹਦੇ ਬਰੂਦ ਹੁੰਦਾ ਜੀ, ਉਹਨਾਂ ਦੇ ਬਰੂਦ ਨੇ ਇਹਨਾਂ ਤੇ ਅਸਰ ਕੀਤਾ ਅੱਖਾਂ ਦੇ ਉੱਤੇ। ਹਾਂਜੀ, ਹੁਣ ਇਹ ਤਾਂ ਹੁਣ ਬਾਅਦ ਚ ਗੱਲ ਬਣਾਈ ਗਈ ਆ ਵੀ ਇਹਨਾਂ ਦੀ ਨਿਗਾਹ ਚਲੇ ਜਾਣੀ ਹੈ। ਫਿਰ 34 ਸਾਲ ਆ ਕੇ ਇਹਨਾਂ ਨੇ ਸਰਵਿਸ ਕਿੱਦਾਂ ਕਰ ਲਈ, ਜਿਵੇਂ ਤੁਸੀਂ ਦੱਸਿਆ ਹੀ ਆ। ਬਿਲਕੁਲ ਜੀ, ਵੀ 34 ਸਾਲ ਉਸ ਤੋਂ ਬਾਅਦ ਹੁਣ ਇਹਨਾਂ ਦੇ ਤਾਂ ਸਿਰਫ 8 ਸਾਲ ਰਹਿੰਦੇ ਸੀ। ਕੀ ਫੌਜ 8 ਸਾਲ ਵੀ ਨਹੀਂ ਲਵਾ ਸਕੀ ਵੀ ਆਪਦੀ ਪੈਨਸ਼ਨ ਲੈ ਸਕੇ? ਠੀਕ ਆ ਜੀ, ਉਸ ਤੋਂ ਬਾਅਦ ਕੀ ਹੋਇਆ ਵੀ ਇਹਨਾਂ ਦੇ ਮਤਲਬ ਸਾਨੂੰ ਕਿਸੇ ਬੰਦੇ ਨੇ ਜਾਣਕਾਰੀ ਦਿੱਤੀ ਆ ਕੋਈ, ਮਤਲਬ ਉਹ ਕਹਿੰਦੇ ਵੀ ਇਹਨਾਂ ਦਾ ਜਿਹੜਾ ਹੈਗਾ ਵੀ ਬਰੂਦ ਦਾ ਕਾਰਨ ਬਣ ਸਕਦਾ ਨਿਗਾਹ ਜਾਣ ਪਿੱਛੇ, ਵੀ ਇੰਨੀ ਜ਼ਹਿਰੀਲੀ ਹੁੰਦੀ ਆ ਉਹ। ਸਵਾਲ ਉੱਥੇ ਆਉਂਦਾ ਕਿ ਜੇ ਇੱਕ ਬੰਦਾ 7 ਸਾਲ ਨੌਕਰੀ ਤੋਂ ਬਾਅਦ ਫੇਰ ਦੁਬਾਰਾ 30 ਸਾਲ ਨੌਕਰੀ ਕਰ ਸਕਦਾ, ਉਹਦੀ ਨਿਗਾਹ 30 ਸਾਲ ਕਿਉਂ ਨਹੀਂ ਗਈ ਤੇ ਆਰਮੀ ਦੇ 8 ਸਾਲਾਂ ਦੇ ਵਿੱਚ ਕਿਉਂ ਜਾਣਾ ਉਹਨਾਂ ਨੂੰ ਐਡਾ ਕਾਰਨ ਪੈ ਗਿਆ ਵੀ ਇਹਨਾਂ ਦੀ ਨਿਗਾਹ ਚਲੇ ਜਾਊਗੀ? ਹਾਲਾਂਕਿ ਰੈਂਕ ਚੇਂਜ ਕਰਕੇ ਕਿਸੇ ਨਾ ਕਿਸੇ ਹੋਰ ਪੋਸਟ ਤੇ ਲਾ ਕੇ ਉਹ ਅਧਿਕਾਰੀ ਦੀ ਸੇਵਾ ਪੂਰੀ ਕੀਤੀ ਜਾ ਸਕਦੀ ਆ, ਕਰਵਾਈ ਜਾ ਸਕਦੀ ਆ, ਤਾਂ ਕਿ ਉਹ ਆਪਣੀ ਜਿਹੜੀ ਬਣਦੀ ਨੌਕਰੀ ਦਾ ਜਾਂ ਉਹਦੇ ਬਣਦੇ ਭੱਤਿਆਂ ਦਾ ਲਾਹਾ ਲੈ ਸਕੇ। ਤੇ ਹੁਣ ਬਾਪੂ ਜੀ ਤੁਹਾਡੇ ਵੱਲੋਂ ਕਿੱਥੇ ਜਿਹੜਾ ਇਹ ਕੇਸ ਆ ਉਹ ਲਾਇਆ ਗਿਆ ਤੇ ਕਿਹੜੇ ਵਕੀਲ ਦੇ ਕੋਲੇ ਕੇਸ ਲਾਇਆ ਗਿਆ? ਮੈਂ ਜੀ GS ਘੁੰਮਣ 21A
ਤੇ ਉਹਨਾਂ ਨੇ ਤੁਹਾਨੂੰ ਕੀ ਭਰੋਸਾ ਦਿਵਾਇਆ ਹੁਣ ਵੀ ਇਹ ਜਿਹੜਾ ਜੀ ਤੁਹਾਡਾ ਮੈਂ ਰਾਸ਼ਟਰਪਤੀ ਕੋਲ ਤੇਰੇ ਕੋ ਕੇਸ ਲਾਉਣਾ ਵੀ ਤੈਨੂੰ ਪੈਨਸ਼ਨ ਦਵਾਉਂਗਾ। ਠੀਕ ਹੈ ਜੀ। ਉੱਥੋਂ ਮੈਨੂੰ ਕੋਈ ਨੂੰ ਜਵਾਬ ਨਹੀਂ ਆਉਂਦਾ, ਮੈਨੂੰ ਦੱਸ। ਜਦ ਜੀ ਇਹ ਮੌਜੂਦਾ ਬੈਠੇ ਨੇ, ਉਹ ਕਹਿੰਦੇ ਜੀ ਤੁਹਾਡੀ ਮਦਦ ਕਰਨੀ ਹੋ ਜਾਂ ਸਾਡੀ ਮਦਦ ਵੱਲੋਂ ਲਾ ਸਕਦੇ ਹਾਂ ਜੀ, ਜਿਵੇਂ ਤੁਹਾਡੀ ਵਾਈਫ ਵੱਲੋਂ ਲਾ ਦਿੰਦੇ ਆ, ਠੀਕ ਹੈ। ਵੀ ਜਦ ਇਹ ਆਪ ਮੌਜੂਦਾ ਬੈਠੇ ਨੇ, ਹੁਣ ਵਕੀਲ ਵੀ ਐਵੇਂ ਕੁੰਡੀਆਂ ਬਣਾਉਂਦੇ ਨੇ ਪੈਸੇ ਲੈਣ ਦੇ ਮਾਰੇ। ਹੁਣ ਦੇਖੋ ਜਦ ਇਹ ਮੌਜੂਦਾ ਬੈਠੇ ਨੇ, ਠੀਕ ਹੈ ਜੀ, ਫਿਰ ਇਹਨਾਂ ਦਾ ਕੇਸ ਤਾਂ ਇਹਨਾਂ ਵੱਲੋਂ ਹੀ ਲੱਗੂਗਾ। ਉਹ ਪੈਸੇ ਲੈਣ ਦੇ ਲਾਲਚ ਦੇ ਵਿੱਚ ਬਸ ਇਦਾਂ ਹੀ ਸਾਨੂੰ ਉਲਝਾਇਆ ਹੋਇਆ ਉਹਨਾਂ ਨੇ ਜੀ, ਤੁਹਾਡੀ ਮਾਤਾ ਵੱਲੋਂ ਲਾ ਦਿੰਦੇ ਆ, ਇਹਨਾਂ ਨੂੰ ਕਹੀ ਜਾਂਦੇ ਤੁਹਾਡੀ ਵਾਈਫ ਵੱਲੋਂ ਲਾ ਦਿੰਦੇ ਆ। ਜੇ ਅਸੀਂ ਗੱਲ ਕਰਦੇ ਆ ਤੁਹਾਨੂੰ ਇਹ ਕਹਿੰਦੇ ਨੇ। ਤੁਹਾਡੇ ਕੇਸਾਂ ਨੂੰ ਚੱਲਦਿਆਂ ਨੂੰ ਕਿੰਨਾ ਸਮਾਂ ਹੋ ਗਿਆ ਜੀ ਲਗਾਤਾਰ? ਤਕਰੀਬਨ 10-15 ਸਾਲ ਤਾਂ ਹੋ ਹੀ ਗਏ। 10 ਸਾਲ ਤੋਂ ਲਗਾਤਾਰ। ਤੇ 10 ਸਾਲ ਤੋਂ ਲਗਾਤਾਰ ਤੁਸੀਂ ਇਦਾਂ ਹੀ ਕੋਰਟ ਦੇ ਚੱਕਰ ਡੇਲੀ ਦੇ ਤੁਹਾਡੇ? ਹਾਂਜੀ ਹਾਂਜੀ। ਇਦਾਂ ਹੀ ਆ ਜੀ। ਠੀਕ ਹੈ ਜੀ। ਤੇ ਹੁਣ ਜਿਹੜਾ ਹੁਣ ਫੈਮਿਲੀ ਦਾ ਗੁਜ਼ਰ ਬਸਰਾ, ਤੁਸੀਂ ਤੁਹਾਡਾ ਜਿਹੜਾ ਪਰਿਵਾਰ ਦਾ ਉਹ ਕਿਹੜੇ ਤਰੀਕੇ ਨਾਲ ਚੱਲ ਰਿਹਾ, ਕਿੱਦਾਂ ਚੱਲ ਰਿਹਾ? ਮਾਲਕ ਜੀ ਇਹ ਬੱਚੇ ਆਪਣੀ ਮਿਹਨਤ ਕਰਦੇ ਨੇ, ਖਾਂਦੇ ਨੇ, ਮੈਂ ਤਾਂ ਕੋਈ ਨਹੀਂ ਕਰ ਸਕਦਾ, ਮੈਂ ਤਾਂ ਬੈਠਾ। ਤੁਹਾਡੇ ਤੋਂ ਇਲਾਵਾ ਤੁਹਾਡੇ ਨਾਲ ਕੌਣ ਕੌਣ ਰਹਿੰਦਾ ਜੀ ਹੋਰ? ਮੇਰੇ ਬੱਚੇ ਲੜਕੇ ਹੀ ਰਹਿੰਦੇ ਜੀ, ਹਾਂਜੀ 3 ਲੜਕੇ ਨੇ। ਇੱਕ ਗੁੱਡੀ ਆ। ਦਰਸ਼ਨ ਸਿੰਘ। ਠੀਕ ਆ ਜੀ। ਤੇ ਸਾਡੇ ਨਾਲ ਬਾਬਾ ਜੀ ਦੇ ਬੇਟੇ ਮੌਜੂਦ ਆ ਦਰਸ਼ਨ ਸਿੰਘ, ਜਿਹੜੇ ਸਾਨੂੰ ਇਹ ਸਾਰੀ ਜਾਣਕਾਰੀ ਦੇ ਰਹੇ ਨੇ, ਕਿਉਂਕਿ ਬਾਪੂ ਜੀ ਨੂੰ ਤਾਂ ਕੋਈ ਦਿਖਦਾ ਨਹੀਂ ਹੈਗਾ, ਇਹਨਾਂ ਦੀ ਨਿਗਾਹ ਨਹੀਂ ਹੈਗੀ। ਕੋਰਟ ਤੇ ਜਾਣਾ, ਕੇਸਾਂ ਦੇ ਚੱਕਰ, ਉਹ ਤੋਂ ਬਾਅਦ ਫਿਰ ਪਰਿਵਾਰ ਦਾ, ਬੱਚਿਆਂ ਦੀ ਪੜ੍ਹਾਈ ਦਾ ਦੇਖ ਰੇਖ, ਆਪਣਾ ਕਾਰੋਬਾਰ, ਉਹ ਸਾਰਾ ਲਗਾਤਾਰ 15 ਸਾਲਾਂ ਤੋਂ ਇਹ ਨਜਿੱਠਦੇ ਆ ਰਹੇ ਨੇ। ਸੋ ਹੁਣ ਅਸੀਂ ਆਪਣੇ ਚੈਨਲ ਵੱਲੋਂ ਵੀ ਇਹੀ ਗੁਜ਼ਾਰਿਸ਼ ਕਰਦੇ ਹਾਂ, ਇਹੀ ਬੇਨਤੀ ਕਰਦੇ ਹਾਂ ਕਿ ਜਿਹੜਾ ਇਹਨਾਂ ਦਾ ਬਣਦਾ ਸਤਿਕਾਰ ਆ, ਹਾਲਾਂਕਿ ਜਿਹੜੀ ਆਰਮੀ ਦੀ ਨੌਕਰੀ ਹੁੰਦੀ ਹੈ, ਇਹਨੂੰ ਨੌਕਰੀ ਦੇ ਵਿੱਚ ਨਹੀਂ, ਇਹਨੂੰ ਦੇਸ਼ ਦੀ ਸੇਵਾ ਦੇ ਵਿੱਚ ਗਿਣਿਆ ਜਾਂਦਾ। ਦੇਸ਼ ਦੇ ਮੋਢੀ ਸੇਵਾਦਾਰ ਜਿਨ੍ਹਾਂ ਦੇ ਸਿਰ ਤੇ ਅਸੀਂ ਰਾਤ ਨੂੰ ਆਨੰਦ ਦੀ ਨੀਂਦ ਲੈ ਸਕਦੇ ਹਾਂ। ਇਹਨਾਂ ਦੀ ਰਿਟਾਇਰਮੈਂਟ ਦੇ ਸਮੇਂ ਵੀ ਇਹਨਾਂ ਨੂੰ ਇਹ ਨਹੀਂ ਆਖਦੇ ਕਿ ਤੁਸੀਂ ਆਪਣੀ ਨੌਕਰੀ ਤੋਂ ਰਿਟਾਇਰ ਹੋ ਰਹੇ ਹੋ, ਇਹਨਾਂ ਨੂੰ ਇਹ ਆਖਿਆ ਜਾਂਦਾ ਤੁਸੀਂ ਆਪਣੀ ਸੇਵਾ ਤੋਂ ਸੇਵਾ ਮੁਕਤ ਹੋ ਰਹੇ ਹੋ। ਸੋ ਐਡੇ ਵੱਡੇ ਸੇਵਾਦਾਰ ਦੇ ਨਾਲ ਜਿਹੜਾ ਇੰਡੀਆ ਦੀ ਸਰਕਾਰ ਆ, ਭਾਰਤ ਦੀ ਸਰਕਾਰ ਆ, ਐਡਾ ਵੱਡਾ ਧੋਖਾ ਕਰ ਰਹੀ ਆ ਕਿ ਉਹ ਤੋਂ ਨੌਕਰੀ ਵੀ ਕਰਵਾ ਲਈ, ਕੰਮ ਵੀ ਕਰਵਾ ਲਿਆ, ਤੇ ਬਾਅਦ ਉਹਦੇ ਵਿੱਚ ਉਹਦੇ ਬੱਚਿਆਂ ਦੇ ਬਾਰੇ ਕਿਸੇ ਤਰ੍ਹਾਂ ਦਾ ਖਿਆਲ ਨਹੀਂ, ਉਹਦੀ ਕੋਈ ਪੁੱਛ ਪੜਤਾਲ ਨਹੀਂ। ਸੋ ਅਸੀਂ ਚੈਨਲ ਦੇ ਵੱਲੋਂ ਵੀ ਇਹੀ ਕਹਿਣਾ ਚਾਹੁੰਦੇ ਆ ਕਿ ਜਦੋਂ ਇਹਨਾਂ ਦੇ ਕੋਲ ਸਾਰੇ ਪ੍ਰੂਫ ਨੇ ਨੌਕਰੀ ਦੇ, ਹਰ ਇੱਕ ਤਰ੍ਹਾਂ ਦੇ ਨੌਕਰੀ ਕੀਤੀ ਆ, 2 ਜੰਗਾਂ ਵੀ ਲੜੀਆਂ ਨੇ, ਇੱਕ ਭਾਰਤ ਦਾ ਬਹਾਦਰ ਸਿਪਾਹੀ ਹੋਣ ਦਾ ਸਬੂਤ ਵੀ ਦਿੱਤਾ ਹੈ, ਇੰਨਾ ਕੁਝ ਕਰਨ ਦੇ ਬਾਵਜੂਦ ਵੀ ਇਹਨਾਂ ਨੂੰ ਇਹਨਾਂ ਦਾ ਬਣਦਾ ਜਿਹੜਾ ਸਤਿਕਾਰ ਉਹ ਮਿਲਣਾ ਚਾਹੀਦਾ ਹੈ। ਸੋ ਇਹੀ ਗੁਜ਼ਾਰਿਸ਼ ਹੈ ਸਾਰਿਆਂ ਦੇ ਅੱਗੇ ਕਿ ਤੁਸੀਂ ਇਸ ਖਬਰ ਨੂੰ ਜ਼ਿਆਦਾ ਤੋਂ ਜ਼ਿਆਦਾ ਉਹਨਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਿਓ, ਤਾਂ ਕਿ ਜਿਹੜਾ ਇਹਨਾਂ ਦਾ ਗੁਜ਼ਰ ਬਸਰ ਰਹਿੰਦੀ ਜ਼ਿੰਦਗੀ ਦਾ ਉਹ ਚੰਗਾ ਹੋ ਸਕੇ। ਕੈਮਰਾਮੈਨ ਗੁਰਜੋਤ ਸਿੰਘ ਦੇ ਨਾਲ ਜਗਦੀਪ ਸਿੰਘ ਖਾਲਸਾ, ਗੁਰੂ ਸਾਹਿਬ TV।